ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਭੁੱਲਰਜੀਤ ਸਿੰਘ ਤੁਹਾਡੇ ਨਾਲ। ਤਾਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ। ਰੇਲ ਮੰਤਰੀ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਵਫਦ। ਜੀ ਹਾਂ, ਠੀਕ ਕਾਂਗਰਸ ਸੰਸਥਾ ਦੇ ਮਿਲਣ ਤੋਂ ਕੁਝ ਸਮਾਂ ਪਹਿਲਾਂ ਇਹ ਮੁਲਾਕਾਤ ਹੋ ਰਹੀ ਹੈ ਤੇ ਬੀਜੇਪੀ ਦਾ ਵਫਦ ਹੈ ਜਿਹੜਾ ਉਹ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਰੇਲ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ। ਤਾਂ ਕਾਂਗਰਸ ਸੰਸਥਾ ਤੋਂ ਪਹਿਲਾਂ ਬੀਜੇਪੀ ਆਗੂ ਹੁਣ ਮੁਲਾਕਾਤ ਕਰਨ ਜਾ ਰਹੇ ਨੇ ਰੇਲਵੇ ਮੰਤਰੀ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਉਹ ਵੀ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ। ਤਾਂ ਠੀਕ 12 ਵਜੇ ਇਹ ਟਾਈਮ ਰੱਖਿਆ ਗਿਆ ਸੀ ਬੀਜੇਪੀ ਵੱਲੋਂ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਯਾਨੀ ਕਿ 1 ਵਜੇ ਬਾਅਦ ਦੁਪਹਿਰ ਜਿਹੜਾ ਕਾਂਗਰਸ ਸੰਸਦ ਵੀ ਰੇਲ ਮੰਤਰੀ ਨੂੰ ਮਿਲਣਗੇ। ਤਾਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਬੰਦ ਹੋਣ ਤੇ ਘਮਾਸਾਨ ਮਚਿਆ ਹੋਇਆ। ਇਸ ਨੂੰ ਲੈ ਕੇ ਜਿਹੜੀ ਲਗਾਤਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ 8-10 ਦਿਨਾਂ ਤੋਂ ਲੈ ਕੇ, ਉਸ ਨੂੰ ਲੈ ਕੇ ਅੱਜ ਸਮਾਂ ਦਿੱਤਾ ਗਿਆ ਸੀ ਜਿਹੜਾ 1 ਵਜੇ ਦਾ ਟਾਈਮ ਦਿੱਤਾ ਗਿਆ ਸੀ ਰੇਲ ਮੰਤਰੀ ਤੋਂ ਕਾਂਗਰਸੀ ਸੰਸਦਾਂ ਨੂੰ ਮਿਲਣ ਦਾ। ਠੀਕ ਉਸ ਤੋਂ ਪਹਿਲਾਂ ਇਸ ਵੇਲੇ ਦੀ ਅਹਿਮ ਖਬਰ ਹੈ ਕਿ 12 ਵਜੇ ਜਿਹੜਾ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੀ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਆ ਉਹ ਰੇਲ ਮੰਤਰੀ ਦੇ ਨਾਲ ਵਿਚਾਰ ਵਟਾਂਦਰਾ ਕਰੇਗੀ। ਜਿਹੜੇ ਪੰਜਾਬ ਦੇ ਵਿੱਚ ਤਾਜ਼ਾ ਹਾਲਾਤ ਨੇ, ਖਾਸ ਕਰ ਰੇਲ ਗੱਡੀਆਂ ਦੀ ਆਵਾਜਾਈ ਨੂੰ ਲੈ ਕੇ ਜਿਹੜੀ ਇਹ ਮੁਲਾਕਾਤ ਹੋਣ ਜਾ ਰਹੀ ਹੈ। ਪੰਜਾਬ ਬੀਜੇਪੀ ਦੀ ਸਾਰੀ ਲੀਡਰਸ਼ਿਪ ਜਿਸ ਦੀ ਅਗਵਾਈ ਕਰਨਗੇ ਤਰੁਣ ਚੁੱਗ ਜਿਹੜੇ ਕੌਮੀ ਸਕੱਤਰ ਨੇ ਬੀਜੇਪੀ ਦੇ। ਤਾਂ 12 ਵਜੇ ਦਾ ਟਾਈਮ ਉਹਨਾਂ ਨੂੰ ਦਿੱਤਾ ਗਿਆ ਸੀ ਰੇਲ ਮੰਤਰੀ ਪਿਊਸ਼ ਗੋਇਲ ਦੇ ਵੱਲੋਂ। ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਠੀਕ 1 ਘੰਟਾ ਬਾਅਦ ਕਾਂਗਰਸੀ ਸੰਸਦ ਮਿਲਣ ਜਾਣਗੇ ਰੇਲਵੇ ਮੰਤਰੀ ਨੂੰ, ਕਿਉਂਕਿ ਲਗਾਤਾਰ ਮੰਗ ਹੋ ਰਹੀ ਹੈ। ਪੰਜਾਬ ਦੇ ਕੋਲ ਕੋਲਾ ਨਹੀਂ, ਪੰਜਾਬ ਦੇ ਵਿੱਚ ਜਿਹੜਾ ਵੀ ਬਾਰਦਾਨੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਜਿਹੜਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕੋਈ ਵੀ ਹੈ, ਖਾਦਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਹਾਹਾਕਾਰ ਮਚਿਆ ਹੋਇਆ। ਤਾਂ ਇਸ ਖਬਰ ਦੇ ਉੱਪਰ ਸਿੱਧਾ ਰੁਖ ਕਰਦੇ ਹਾਂ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜ ਰਹੇ ਨੇ ਦਿੱਲੀ ਤੋਂ। ਪੰਕਜ, ਲੰਮੇ ਸਮੇਂ ਬਾਅਦ ਕਾਂਗਰਸ ਸੰਸਦਾਂ ਨੂੰ ਇਹ ਮੌਕਾ ਮੁਲਾਕਾਤ ਦਾ ਮਿਲਿਆ ਸੀ 1 ਵਜੇ, ਪਰ ਠੀਕ ਉਸ ਤੋਂ ਪਹਿਲਾਂ 1 ਘੰਟਾ ਪਹਿਲਾਂ ਯਾਨੀ ਕਿ ਹੁਣ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਣਾ ਪੱਖ ਰੱਖੇਗੀ। ਤਾਂ ਕਿਸ ਤੌਰ ਦੇ ਉੱਪਰ ਕਿਤੇ ਨਾ ਕਿਤੇ ਬੀਜੇਪੀ ਦਾ ਰੁਖ ਰਹੇਗਾ ਕਿ ਅਸੀਂ ਕਾਂਗਰਸ ਤੋਂ ਪਹਿਲਾਂ ਜਿਹੜੀ ਪੂਰੀ ਰੂਪਰੇਖਾ ਤੈਅ ਕਰੀਏ ਜਾਂ ਫਿਰ ਉਸ ਦਿਨ ਦਾ ਬੀਜੇਪੀ ਨੇ ਟਾਈਮ ਲਿਆ ਠੀਕ 1 ਘੰਟਾ ਪਹਿਲਾਂ ਇਸ ਤਰੀਕੇ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨੀ, ਕੀ ਮੈਨੇ ਰੱਖਦੇ ਨੇ? बिल्कुल भुल्लर, काफ़ी दिलचस्प है। पिछले 8 दिनों तो कांग्रेस समा मंग रही सी, समा नहीं मिल रहा सीगा और हुण जदों समा मिलिया 1 वजे का कांग्रेस नूं समा मिलिया तो 12 वजे बीजेपी के लीडर जिहड़े ने रेल मंत्री नाल मुलाकात करन जा रहे हैं। हुण तो 15 मिनट बाद ये मुलाकात जिहड़ी है शुरू होएगी। तरੁਣ ਚੁੱਗ दिल्ली च मौजूद ने, वो डायरैक्ट रेल भवन पहुँच रहे हैं। उन्होंने तो इलावा जो बाकी पंजाब बीजेपी की कोर कमेटी है वो वीडियो कॉन्फ्रेंसिंग के जरिए रेल मंत्री के नाल मुलाकात करेगी और गलबात सामने रखी जाएगी कि अजे भी पंजाब च बहुत सारिया अजिहियां थावां ने, 32 थावां बीजेपी दावा कर रही है कि जिथे किसान बैठे हुए हैं पहला पंजाब सरकार उत्थों हटावे, उस तो बाद रेल लाइनां चलन, रेल लाइनां के उत्ते ट्रेनां चलणगियां। ये पंजाब बीजेपी तर्क देगी और पंजाब बीजेपी ये भी कहेगी कि असी भी चाहते हैं कि पंजाब दे विच जल्द तो जल्द ट्रेनां चलन, लेकिन पंजाब सरकार पहला सुरक्षा मुहैया करवावे, पंजाब सरकार किसानां नूं उन्हां जगह तो उठावे। पंजाब सरकार जो प्रवोक करने का काम किसानों को कर रही है, बीजेपी के इल्जाम ने कि बीजेपी प्रवोक किसानों को कर रही है, वो करना बंद करे। उस तो बाद माल गड्डियां जिहड़ियां ने वो पंजाब च चल सकन। तो काफ़ी अहम है। तरੁਣ ਚੁੱਗ खुद जो बीजेपी के कौमी सकत्तर ने वो इत्थे रेल भवन अगले 10 मिनट बाद पहुँच रहे हैं और उस तो बाद बाकी पंजाब बीजेपी जिहड़ी है वीडियो कॉन्फ्रेंसिंग के जरिए रेल मंत्री पीयूष गोयल के नाल जुड़नगे। पीयूष गोयल के सामने सारी स्थिति कित्थे कित्थे किहो जे हालात ने, किहड़े रेलवे स्टेशन ते किहड़ी थां ते किसान बैठे हुए ने, उसकी जानकारी जिहड़ी है वो रेल मंत्री नूं दित्ती जाएगी। और उस तो बाद 1 वजे 8 कांग्रेस के मैंबर पार्लीमेंट ने जो रेल मंत्री पीयूष गोयल के नाल मुलाकात करनगे। जी बिल्कुल पंकज, तो बेहद अहम ने 2 घंटे, क्योंकि पहला हुण सब तो पहला मुलाकात हो रही है बीजेपी के वालों मुलाकात की जा रही है केंद्रीय रेलवे मंत्री के नाल, उस तो ठीक 1 घंटा बाद यानी कि बाद दोपहर 1 वजे कांग्रेसी सांसद मिलणगे ते पूरी रूपरेखा जिहड़ी ओह तैयार होवेगी। अगे की पंजाब दे विच माल गड्डियां चलणगियां या फिर कितना समा लगेगा, इस सब के उपर विचार चर्चा की जानी है। तां लंबे समय बाद ही सही पर मुलाकात का समा मिलिया। तां 1 वजे जिहड़ी है ओह पंजाब के जिहड़े सांसद ने कांग्रेस के उन्होंने मुलाकात करनी है, पर उस तो पहला हुण चंद मिनटां बाद बीजेपी जिहड़ी लीडरशिप है पंजाब की वो मुलाकात करेगी केंद्रीय रेल मंत्री पीयूष गोयल के नाल।
ਤਾਂ ਗੱਲ ਕਰਦੇ ਹਾਂ ਦੂਸਰੀ ਵੱਡੀ ਅਹਿਮ ਖਬਰ ਦੀ। ਦੇਸ਼ ਭਰ ਦੇ ਵਿੱਚ ਕਿਸਾਨਾਂ ਦਾ ਚੱਕਾ ਜਾਮ ਹੈ। ਜੀ ਹਾਂ, ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਵੱਧ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ। ਜਗ੍ਹਾ ਜਗ੍ਹਾ ਉੱਪਰ ਨੈਸ਼ਨਲ ਅਤੇ ਸਟੇਟ ਹਾਈਵੇ ਉੱਤੇ ਇਹ ਜਾਮ ਲਗਾਇਆ ਜਾਣਾ। ਤਾਂ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਮੁਕੰਮਲ ਜਿਹੜਾ ਜਾਮ ਰਹੇਗਾ। ਕਿਸਾਨਾਂ ਦੇ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਇਹ ਪ੍ਰਦਰਸ਼ਨ ਹੈ ਤੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਇਹ ਸੰਘਰਸ਼ ਜਾਰੀ ਹੈ। ਪੂਰੇ ਦੇਸ਼ ਭਰ ਦੇ ਵਿੱਚ ਅੱਜ ਅੰਦੋਲਨ ਹੈ। 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਮੁਕੰਮਲ ਚੱਕਾ ਜਾਮ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ। ਤਾਂ ਥਾਂ-ਥਾਂ ਦੇ ਉੱਪਰ ਜਿਹੜੀ ਹੈ ਉਹ ਚੱਕਾ ਜਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਮਾਵੜਾ ਹੋਣਾ ਸ਼ੁਰੂ ਹੋ ਗਿਆ। ਨੈਸ਼ਨਲ ਹਾਈਵੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਟੋਲ ਪਲਾਜ਼ੇ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਦੇ ਉੱਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਸੰਘਰਸ਼ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਿਹਾ ਹੈ। ਤਾਂ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਅੱਜ ਕੀਤਾ ਜਾ ਰਿਹਾ। ਤਾਂ ਨਿਊਜ਼ 18 ਉੱਪਰ ਤੁਹਾਨੂੰ ਹਰ ਪਲ ਦੀ ਖਬਰ ਦਵਾਂਗੇ। ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਤੇ ਕਿੱਥੇ-ਕਿੱਥੇ ਜਿਹੜਾ ਹੈ ਉਹ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਹੋਇਆ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਚੱਕੇ ਜਾਮ ਦੇ ਵਿੱਚ ਪਹੁੰਚ ਰਹੇ ਨੇ। ਇੱਕ ਵਾਰ ਫਿਰ ਦੱਸ ਦਰਸ਼ਕਾਂ ਨੂੰ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਇਹ 4 ਘੰਟਿਆਂ ਦਾ 4 ਤੋਂ 5 ਘੰਟੇ ਦਾ ਸਮਾਂ ਜਿਹੜਾ ਇਹ ਚੱਕਾ ਜਾਮ ਚੱਲਣਾ। ਨਾ ਕੇਵਲ ਪੰਜਾਬ ਹਰਿਆਣਾ ਬਲਕਿ ਪੂਰੇ ਦੇਸ਼ ਦੇ ਵਿੱਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿੱਚ ਮੀਟਿੰਗ ਕਰਕੇ ਤੈਅ ਕੀਤਾ ਸੀ ਕਿ ਅੱਜ ਯਾਨੀ ਕਿ 5 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਖੇਤੀ ਜਿਹੜੇ ਕਾਨੂੰਨ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਚੱਕਾ ਜਾਮ ਕੀਤਾ ਜਾਣਾ। ਤਾਂ ਮੇਰੇ ਸਹਿਯੋਗੀ ਵੀ ਜੁੜ ਰਹੇ ਨੇ। ਸੂਰਜ ਭਾਨ ਬਠਿੰਡਾ ਤੋਂ, ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਤੇ ਜਸਵੀਰ ਬਰਾੜ ਲੁਧਿਆਣਾ ਤੋਂ। ਸਭ ਤੋਂ ਪਹਿਲਾਂ ਚੱਲਦੇ ਹਾਂ ਅੰਮ੍ਰਿਤਸਰ। ਮੇਰੇ ਸਹਿਯੋਗੀ ਰਾਜੀਵ ਸ਼ਰਮਾ ਦੇ ਕੋਲ। ਰਾਜੀਵ, 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਸੱਦਾ ਦਿੱਤਾ ਗਿਆ। ਕੀ ਕੁਝ ਤਿਆਰੀਆਂ ਨੇ, ਨਜ਼ਾਰਾ ਤਸਵੀਰਾਂ ਰਾਹੀਂ ਦੇਖਣਾ ਚਾਹੁੰਦੇ ਹਾਂ ਅੰਮ੍ਰਿਤਸਰ ਦੇ ਵਿੱਚ? जी हाँ, बिल्कुल भुल्लर जी। तो सब तो पहला मैं दसना चाहना कि मैं अमृतसर का जो मेन एंट्री पॉइंट है गोल्डन गेट इस वे उत्थे मौजूद है, क्योंकि अमृतसर के ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਜਾਣਾ। पर ਇਹ मेन पॉइंट होने करके ਇੱਥੇ ਜਿਹੜੇ ਕਿਸਾਨ ਆਗੂ ਨੇ ਉਹ ਸਵੇਰ ਤੋਂ ਹੀ ਪਹੁੰਚੇ ਹੋਏ ਨੇ। ਪੁਲਿਸ ਵੱਲੋਂ ਵੀ ਸਖਤ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪਰ ਕਿਸਾਨਾਂ ਵੱਲੋਂ ਪਹਿਲਾਂ ਤੋਂ ਹੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ 12 ਤੋਂ 4 ਵਜੇ ਤੱਕ ਦਾ ਜੋ ਐਲਾਨ ਹੈ ਚੱਕਾ ਜਾਮ ਦਾ, ਉਸ ਮੁਤਾਬਕ ਪੰਜਾਬ ਭਰ ਦੀਆਂ ਜਿਹੜੀਆਂ ਭਾਵੇਂ ਉਹ ਸਟੇਟ ਹਾਈਵੇ ਹੋਣ, ਨੈਸ਼ਨਲ ਹਾਈਵੇ ਹੋਣ, ਤਾਂ ਉਹਨਾਂ ਨੂੰ ਬੰਦ ਕੀਤਾ ਜਾਏਗਾ। ਤਾਂ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਕਿਸਾਨ ਨੇ ਉਹ ਹਾਈਵੇ ਤੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਔਰ ਕੁਝ ਦੇਰ ਬਾਅਦ ਜਿਹੜੀ ਇੱਥੇ ਆਵਾਜਾਈ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ। ਇਸ ਸੜਕ ਨੂੰ ਭਾਵੇਂ ਉਹ ਅੰਮ੍ਰਿਤਸਰ ਵਾਲੇ ਪਾਸਿਓਂ ਦਿੱਲੀ ਜਾਣ ਵਾਲਾ ਜਿਹੜਾ ਰਸਤਾ ਉਹ ਹੋਵੇ ਜਾਂ ਦਿੱਲੀ ਤੋਂ ਅੰਮ੍ਰਿਤਸਰ, ਤਾਂ ਦੋਵਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਜਾਏਗਾ। ਸਰਵਨ ਸਿੰਘ ਪੰਧੇਰ ਮੇਰੇ ਨਾਲ ਮੌਜੂਦ ਨੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ। ਪੰਧੇਰ ਸਾਹਿਬ, ਰੇਲਾਂ ਰੋਕ ਲੀਆਂ, ਉਹਦਾ ਤਾਂ ਹਾਲੇ ਤੱਕ ਕੋਈ ਸਿੱਟਾ ਨਿਕਲਿਆ ਨਹੀਂ। ਕੀ ਹੁਣ 4 ਘੰਟੇ ਦੇ ਚੱਕੇ ਜਾਮ ਦੇ ਨਾਲ ਲੱਗਦਾ ਕਿ ਕੋਈ ਕੇਂਦਰ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇਗੀ? ਬਿਲਕੁਲ ਜੀ, ਕਿਉਂਕਿ ਲੋਕਤੰਤਰ ਵਿੱਚ ਗੱਲ ਨੂੰ ਮਨਾਉਣ ਦਾ ਇੱਕ ਸੰਕੇਤਕ ਤਰੀਕਾ ਹੁੰਦਾ ਵਾ ਤੇ 4 ਘੰਟੇ ਤਾਂ ਚੁਣੇ ਗਏ ਕੌਮੀ ਪੱਧਰ ਤੇ। ਹਾਂ, ਸਰਕਾਰ ਦੇਸ਼ ਦੇ ਵਾਸੀਆਂ ਨੂੰ, ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੁਣਨਾ ਨਹੀਂ ਚਾਹੁੰਦੀ, ਇਹ ਅੱਡ ਵਿਸ਼ਾ ਵਾ। ਪਰ ਦੇਸ਼ ਦੇ ਵਾਸੀ ਕਿਸਾਨ ਮਜ਼ਦੂਰ ਆਪਦੀ ਗੱਲ ਰੱਖਣ ਲਈ, ਗੱਲ ਦੱਸਣ ਲਈ ਵੀ ਇਹ ਖੇਤੀ ਵਾਸਤੇ ਬਿੱਲ ਕਿਸੇ ਪੱਖ ਤੋਂ ਵੀ ਠੀਕ ਨਹੀਂ ਹੈਗੇ, ਤਾਂ ਉਹ ਇੱਕ ਲੋਕਤੰਤਰ ਵਿੱਚ ਆਪਦੀ ਗੱਲ ਮਨਾਉਣ ਇੱਕ ਤਰੀਕੇਕਾਰ ਚੁਣ ਕੇ ਲੈ ਕੇ ਆਉਂਦੇ ਨੇ। ਅੱਜ ਪੰਜਾਬ ਦੇ ਬੀਜੇਪੀ ਆਗੂ ਤੇ ਜਿਹੜੇ ਸੰਸਦ ਨੇ ਉਹ ਰੇਲ ਮੰਤਰੀ ਨੂੰ ਮਿਲਣ ਜਾ ਰਹੇ ਨੇ ਔਰ ਉਹ ਸਥਿਤੀ ਦੱਸਣਗੇ ਕਿ ਆਖਿਰਕਾਰ ਰੇਲਾਂ ਦੇ ਉੱਪਰ ਕਿਸਾਨ ਬੈਠੇ ਨੇ ਜਾਂ ਫਿਰ ਨਹੀਂ, ਕਿਉਂਕਿ ਰੇਲ ਮੰਤਰਾਲੇ ਨੇ ਤਸਵੀਰਾਂ ਜਾਰੀ ਕੀਤੀਆਂ ਸੀ ਔਰ ਇਹ ਗੱਲ ਕਹੀ ਸੀ ਕਿ ਕਿਸਾਨ ਅੱਜ ਵੀ ਰੇਲਾਂ ਤੇ ਨੇ। ਹਾਲਾਂਕਿ ਜਿਹੜਾ ਰੇਲ ਟਰੈਕ ਤੁਹਾਡੇ ਵੱਲੋਂ ਜਾਮ ਕੀਤਾ ਗਿਆ ਪਿਛਲੇ ਕਰੀਬ 40 ਦਿਨਾਂ ਤੋਂ, ਭਾਵੇਂ ਉਹਨੂੰ ਤਬਦੀਲੀ ਉਹਦੇ ਵਿੱਚ ਜ਼ਰੂਰ ਕੀਤੀ ਗਈ, ਤਾਂ ਕੀ ਹੁਣ ਰੇਲ ਟਰੈਕ ਖਾਲੀ ਕਰਨ ਵਾਲੇ ਪਾਸੇ ਵੀ ਕੋਈ ਜਥੇਬੰਦੀਆਂ ਵਿਚਾਰ ਕਰਨਗੇ? ਦੇਖੋ, ਜੇ ਖਾਲੀ ਟਰੈਕਾਂ ਨੂੰ ਖਾਲੀ ਕਰਨ ਦਾ ਸਵਾਲ ਹੀ ਨਹੀਂ ਹੁੰਦਾ। ਖਾਲੀ ਟਰੈਕ ਮਾਲ ਗੱਡੀ ਵਾਸਤੇ ਨੇ। ਉੱਤਰ ਭਾਰਤ ਦੇ ਜਾਂ ਪੰਜਾਬ ਦੇ ਰੇਲਵੇ ਦੇ ਵੱਡੇ ਅਧਿਕਾਰੀ ਆ ਜਾਣ, ਗੱਲ ਕਰ ਲਈਏ। ਸਾਡੇ ਵਾਲੇ ਟਰੈਕ ਤੇ ਵੀ ਬਦਲਵਾਂ ਰੂਟ ਹੈਗਾ ਅੰਮ੍ਰਿਤਸਰ ਪਹੁੰਚਣ ਲਈ। ਕਿਤੇ ਵੀ ਪੰਜਾਬ 'ਚ ਕੋਈ ਦਿੱਕਤ ਆਉਂਦੀ ਆ ਤੁਸੀਂ ਰੇਲਵੇ ਅਧਿਕਾਰੀਆਂ ਨਾਲ ਸਹਿਯੋਗ ਕਰ ਲਈ ਤੋਰੇ ਵੀ ਕਿੱਥੋਂ ਉਹਨਾਂ ਦੀ ਗੱਡੀ ਨਹੀਂ ਲੰਘ ਰਹੀ। ਹੁਣ ਵਜਿੱਦ ਆ ਕੇਂਦਰ ਸਰਕਾਰ ਵੀ ਅਸੀਂ ਪੈਸੇਂਜਰ ਗੱਡੀ ਲੰਘਾਉਣੀ ਆ, ਉਹ ਪੰਜਾਬ ਦੀ ਆਰਥਿਕ ਨੱਕੇਬੰਦੀ ਕਰਨਾ ਚਾਹੁੰਦੇ ਆ, ਉਹ ਦੂਜੀਆਂ ਸਟੇਟਾਂ 'ਚ ਮਾਲ ਨਹੀਂ ਪਹੁੰਚਾਉਣਾ ਚਾਹੁੰਦੇ। ਜਿਹੜੇ ਸਰਹੱਦਾਂ ਤੇ ਫੌਜੀ ਖੜੇ ਉਹਨਾਂ ਨੂੰ ਸਮੱਸਿਆ ਖੜੀਆਂ ਕਰ ਰਹੇ ਆ। ਸਾਡੇ ਵੱਲੋਂ ਰੇਲ ਟਰੈਕ ਮਾਲ ਗੱਡੀ ਲਈ ਕੱਲ ਵੀ ਖੁੱਲਾ ਸੀ ਤੇ ਅੱਜ ਵੀ ਖੁੱਲਾ। ਪਰ ਪੰਦੇਰ ਸਾਹਿਬ, ਸਵਾਲ ਇਹ ਹੈ, ਭਾਵੇਂ ਟੋਲ ਪਲਾਜ਼ੇ ਹੋਣ, ਮਾਲ ਹੋਣ, ਪੈਟਰੋਲ ਪੰਪ, ਸਭ ਕੁਝ ਤਾਂ ਪਹਿਲਾਂ ਹੀ ਬੰਦ ਕੀਤਾ ਕਿਸਾਨਾਂ ਵੱਲੋਂ। ਹੁਣ ਚੱਕਾ ਜਾਮ ਕਰਕੇ ਯਾਨੀ ਕਿ ਜਿਹੜੀ ਸੜਕ ਆਵਾਜਾਈ ਜਿਹੜੀ ਇੱਕੋ ਇੱਕ ਸਾਧਨ ਲੋਕਾਂ ਦੇ ਕੋਲ ਬਚਿਆ, ਹੁਣ ਉਹਨੂੰ ਵੀ ਬੰਦ ਕਰਨ ਜਾ ਰਹੇ ਕਿਸਾਨ। ਐ ਨਹੀਂ ਕਹਿ ਸਕਦੇ ਕਿਸਾਨ, ਜੇਕਰ ਇਹਦੇ ਲਈ ਕੇਂਦਰ ਜ਼ਿੰਮੇਵਾਰ ਹੈ। ਜੇ ਇੰਨਾ ਕੁਝ ਕਰਦੇ ਰਹੇ, ਉਹਦੇ ਵਿੱਚ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ ਹੈਗੀ ਜੋ ਕੁਝ ਕੀਤਾ। ਮਾਲ ਗੱਡੀਆਂ ਸਰਕਾਰ ਨੇ ਅੱਜ ਆਪ ਬੰਦ ਕਰ ਲਈਆਂ।
ਸਾਡਾ ਤਾਂ ਹੁਣ ਕੌਮੀ ਪੱਧਰ ਤੇ ਜਿਹੜੇ ਕਹਿੰਦੇ ਸੀ ਪੰਜਾਬ 'ਚ ਹੀ ਅੰਦੋਲਨ ਚੱਲ ਰਿਹਾ, ਹੁਣ ਇਹ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ। ਹੁਣ ਪੰਜਾਬ ਤੋਂ ਗਾਂ ਨਿਕਲ ਕੇ ਦੇਸ਼ 'ਚ ਜਾ ਰਿਹਾ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨੀ ਚਾਹੀਦੀ ਵੀ ਉਹ ਕਰ ਕਿਉਂ ਰਹੇ ਆ। ਕਰਨਾ ਵੱਡੀ ਗੱਲ ਨਹੀਂ, ਕਰ ਕਿਉਂ ਰਹੇ ਆ। ਜੇ ਕਰ ਕਿਉਂ ਰਹੇ ਦਾ ਸਵਾਲ ਦਾ ਜਵਾਬ ਕੇਂਦਰ ਸਰਕਾਰ ਦੇਵੇ ਤਾਂ ਕਿਤੇ ਵਧੀਆ ਚੀਜ਼ ਉਹ ਕਰ ਇਸ ਕਰਕੇ ਰਹੇ ਵੀ ਖੇਤੀ ਕਾਨੂੰਨ ਸਾਡੇ ਲਈ ਠੀਕ ਨਹੀਂ ਹੈ। ਸੋ ਸਾਨੂੰ ਜੋ ਕੁਝ ਕਰਨ ਲਈ ਮਜਬੂਰ ਕੀਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ। ਅੰਦੋਲਨ ਕਰਨਾ, ਸੜਕ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ, ਸਾਡਾ ਇਹ ਅੰਦੋਲਨ ਕਰਕੇ ਆਪਦੀ ਗੱਲ ਨੂੰ ਮਨਾਉਣ ਦਾ ਸਵਾਲ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਧਰਨੇ ਦੇਣੇ ਪੈ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਹੈ ਕਿ ਪੰਜਾਬ ਵਾਲੇ ਪਾਸੇ ਹਾਲੇ ਕੇਂਦਰ ਸਰਕਾਰ ਨੇ ਕੋਈ ਧਿਆਨ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ? ਕਿਉਂਕਿ ਟੇਬਲ ਤੇ ਬੈਠਣ ਦੀਆਂ ਪਹਿਲਾਂ ਗੱਲਾਂ ਹੋਈਆਂ, ਕਿਸਾਨ ਜਥੇਬੰਦੀਆਂ ਦਿੱਲੀ ਜਾਂਦੀਆਂ ਨੇ, ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਕਿ ਉਹਨਾਂ ਨੂੰ ਦਲੀਲ ਕੀਤਾ ਗਿਆ, ਤਾਂ ਫਿਰ ਹੱਲ ਕਿੱਦਾਂ ਨਿਕਲੂਗਾ? ਆ ਦੇਖੋ, ਇਹ ਤਾਂ ਸਰਕਾਰ ਸਾਹਮਣੇ ਨਾ, ਇਹ ਤਾਂ ਜੇ ਮੋਦੀ ਸਰਕਾਰ ਸੀਰੀਅਸ ਨਸ 'ਚ ਹੈ ਨਹੀਂਗੀ ਜਾਂ ਐਡੇ ਵੱਡੇ ਅੰਦੋਲਨ ਨੂੰ ਇਗਨੋਰ ਕਰ ਰਹੀ ਆ ਤੇ ਉਹਨਾਂ ਦੀ ਪੂਰੇ ਭਾਰਤ ਪ੍ਰਤੀ ਜਵਾਬਦੇਹੀ ਆ, ਇਹਦਾ ਹਿਸਾਬ ਭਾਰਤ ਦੇ ਲੋਕ ਮੰਗਣਗੇ, ਪਰ ਤਾਂ ਕਿਸਾਨ ਮਜ਼ਦੂਰ ਲਊਗਾ ਉਹਨਾਂ ਕੋਲੇ। ਅਸੀਂ ਤਾਂ ਇਹ ਵੀ ਚਾਹੁੰਦੇ ਆ ਵੀ ਮੋਦੀ ਸਾਹਿਬ ਫਿਰ ਰਿਵਿਊ ਕਰਨ, ਉਹ ਅੱਖਾਂ ਬੰਦ ਕਰਕੇ ਕਾਰਪੋਰੇਟ ਕਰਨ ਵਾਲਿਆਂ ਦੇ ਪੱਖੇ ਨਾ ਵੇਖਣ, ਉੱਤੇ ਤੇ ਵੀ ਕਿਸਮ ਦਾ ਦਬਾਅ ਹੋਊ। ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਉਦੋਂ ਵੱਡਾ ਹੁੰਦਾ ਜਦੋਂ ਦੇਸ਼ ਵਾਸੀਆਂ ਦੀ ਗੱਲ ਨੂੰ ਸੁਣੇ, ਤਾਂ ਅਸੀਂ ਤਾਂ ਕਹਾਂਗੇ ਸਮਾਂ ਰਹਿੰਦੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਆ ਤੇ ਇਹ ਮਸਲੇ ਦਾ ਨਿਬੇੜਾ ਕਰਨਾ ਚਾਹੀਦਾ। ਤਾਂ ਇਹ ਜਿਸ ਤਰ੍ਹਾਂ ਕਿਸਾਨ ਆਗੂਆਂ ਦਾ ਵੀ ਕਹਿਣਾ ਕਿ ਅੱਜ ਦੇਸ਼ ਭਰ ਦੇ ਵਿੱਚ ਜਿਹੜਾ ਚੱਕਾ ਜਾਮ ਕੀਤਾ ਜਾਣਾ, ਪਰ ਮੈਂ ਤਾਜ਼ਾ ਹਾਲਾਤ ਦਿਖਾਉਣੇ ਚਾਹੁੰਦਾ ਕਿ ਇਹ ਉਹ ਰਸਤਾ ਹੈ, ਮੇਨ ਐਂਟਰੀ ਪੁਆਇੰਟ ਅੰਮ੍ਰਿਤਸਰ ਦਾ ਗੋਲਡਨ ਗੇਟ, ਜਿੱਥੋਂ ਲੋਕ ਅੰਮ੍ਰਿਤਸਰ ਦੇ ਵਿੱਚ ਦਾਖਲ ਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਬਿਲਕੁਲ ਅੱਗੇ ਕਿਸਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਹੌਲੀ ਹੌਲੀ ਜਿਹੜਾ ਇਹਨਾਂ ਦੀ ਗਿਣਤੀ ਹੈ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਪਰ ਫਿਲਹਾਲ ਅੰਮ੍ਰਿਤਸਰ ਦਿੱਲੀ ਜੋ ਹਾਈਵੇ ਹੈ ਉਹ ਚੱਲ ਰਿਹਾ ਹੈ ਆਮ ਦਿਨਾਂ ਵਾਂਗ, ਪਰ ਜਿਸ ਤਰੀਕੇ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ 12 ਤੋਂ 4 ਵਜੇ ਤੱਕ ਇਸ ਰਸਤੇ ਨੂੰ ਹੁਣ ਬੰਦ ਕਰ ਦਿੱਤਾ ਜਾਏਗਾ, ਚੱਕਾ ਜਾਮ ਕੀਤਾ ਜਾਏਗਾ, ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਇਸ ਸੜਕ ਦੇ ਰਾਹੀਂ ਜਾਂ ਪੰਜਾਬ ਜਾਂ ਫਿਰ ਪੂਰੇ ਦੇਸ਼ ਭਰ ਦੀਆਂ ਅਸੀਂ ਹਾਈਵੇ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਤੇ ਨਿਕਲ ਰਹੇ ਨੇ ਉਹਨਾਂ ਨੂੰ ਅੱਜ ਇੱਕ ਵੱਡੀ ਮੁਸ਼ਕਲ ਦਾ ਵੀ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ। ਜੀ ਭੁੱਲਰ। ਬਿਲਕੁਲ ਰਾਜੀਵ, ਤਾਂ ਸ਼ੁਰੂਆਤ ਹੋ ਚੁੱਕੀ ਹੈ। ਜਿਹੜਾ ਸਮਾਂ ਸੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੁਹਾਨੂੰ ਦਿਖਾ ਰਹੇ ਹਾਂ। ਰਾਜੀਵ, ਤੁਸੀਂ ਸਾਡੇ ਨਾਲ ਬਣੇ ਰਹੋ, ਤਸਵੀਰਾਂ ਦਿਖਾਉਂਦੇ ਰਹੋ। ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ ਤੇ ਜਾਣਾ ਕੀ ਤਸਵੀਰਾਂ ਨੇ। ਸਿੱਧਾ ਚੱਲਦੇ ਮੇਰੇ ਸਹਿਯੋਗੀ ਸੂਰਜ ਭਾਨ ਵੀ ਜੁੜੇ ਹੋਏ ਨੇ ਬਠਿੰਡਾ ਤੋਂ। ਸੂਰਜ, ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਆਗਾਜ਼ ਹੋ ਚੁੱਕਿਆ, ਕਿਸਾਨ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ ਰੋਡ ਦੇ ਉੱਪਰ, ਤਾਂ ਕਿਤੇ ਨਾ ਕਿਤੇ ਜਿਹੜਾ ਟਾਈਮ ਰੱਖਿਆ ਗਿਆ ਸੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਦਾ, ਉਹ ਦੇਸ਼ ਵਿਆਪੀ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਉਹ ਸ਼ੁਰੂ ਹੋ ਚੁੱਕਿਆ। ਤਾਂ ਬਠਿੰਡਾ ਦੇ ਵਿੱਚ ਕੀ ਨਜ਼ਾਰਾ ਤਸਵੀਰਾਂ ਨਾਲ ਹੀ ਦਿਖਣਾ ਚਾਹੁੰਦੇ ਹਾਂ। ਬਿਲਕੁਲ ਪੁੱਲ, ਅਸੀਂ ਬਠਿੰਡਾ ਦੇ ਭਾਈ ਕਲਈਆ ਚੌਂਕ ਦੇ ਵਿੱਚ ਖੜੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣਗੇ ਕਿਸ ਤਰ੍ਹਾਂ ਕਿਸਾਨਾਂ ਦਾ ਹਜੂਮ ਉਭਰਿਆ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਸ਼ੁਰੂਆਤ ਹੈ ਸਿਰਫ 5-7 ਮਿੰਟ ਹੋਏ ਨੇ ਇਹ ਕਿਸਾਨਾਂ ਨੂੰ ਇਕੱਠਿਆਂ ਹੁੰਦੇ ਹੋਏ, ਪਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ 4 ਘੰਟਿਆਂ ਦਾ ਪ੍ਰਦਰਸ਼ਨ ਤੇ 4 ਘੰਟਿਆਂ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇਕੱਠੇ ਹੋਣਗੇ। ਤਸਵੀਰਾਂ ਤੁਹਾਨੂੰ ਬਠਿੰਡਾ ਤੋਂ ਲਾਈਵ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਿਸਾਨ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੋਰਚਾ ਲਾ ਕੇ ਬੈਠੇ ਹੋਏ ਨੇ। ਝੰਡੇ ਹੋਲਡਿੰਗ ਇਹਨਾਂ ਦੇ ਨਜ਼ਰ ਆ ਰਹੇ ਨੇ, ਬੈਨਰ ਨਜ਼ਰ ਆ ਰਹੇ ਨੇ ਔਰ ਸਿਰਫ ਇੱਕੋ ਮੰਗ ਹੈ ਕਿ ਕਿਸਾਨ ਆਰਡੀਨੈਂਸ ਬਿੱਲ ਹੈ ਜਿਹੜੇ ਇਹਨਾਂ ਨੂੰ ਰੱਦ ਕੀਤਾ ਜਾਵੇ। ਔਰ ਇਸ ਸੜਕ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਈਵੇ ਤੁਹਾਨੂੰ ਸਾਹਮਣੇ ਦਿਖਾ ਸਕਦਾ ਕਿ ਫਰੀਦਕੋਟ ਤੋਂ ਬਠਿੰਡੇ ਨੂੰ ਐਂਟਰ ਹੁੰਦਾ ਤੇ ਦੂਸਰੇ ਪਾਸਿਓਂ ਮਲੋਟ ਤੋਂ ਇਹ ਸੜਕ ਜਿਹੜੀ ਬਠਿੰਡੇ ਨੂੰ ਐਂਟਰ ਹੁੰਦੀ ਹੈ। ਦੋ ਪਾਸਿਓਂ ਇਹ ਸੜਕ ਇੱਥੇ ਐਂਟਰ ਹੁੰਦੀ ਹੈ ਤੇ ਅੱਗੇ ਇਹ ਜਿਹੜਾ ਇਹ ਮੇਨ ਹਾਈਵੇ ਹੈ ਇਹ 2 ਤੋਂ 3 ਸਟੇਟਾਂ ਨੂੰ ਜੋੜਦਾ ਹੈ। ਦਿੱਲੀ ਤੋਂ ਲੈ ਕੇ ਹਰਿਆਣਾ ਤੇ ਰਾਜਸਥਾਨ ਨੂੰ ਜੋੜਨ ਵਾਲਾ ਇਹ ਮੁੱਖ ਮਾਰਗ ਹੈ। ਤਾਂ ਕਰਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਔਰ ਆਖਿਰਕਾਰ ਇਹ ਕਹਿ ਰਹੇ ਨੇ ਕਿ ਇਹ ਇੱਕ ਸੰਕੇਤਕ ਧਰਨਾ ਹੈ, ਸੰਕੇਤਕ ਪ੍ਰਦਰਸ਼ਨ ਹੈ, ਕਿਉਂਕਿ ਕਿਸਾਨ ਕਾਫੀ ਲੰਬੇ ਟਾਈਮ ਤੋਂ ਪ੍ਰਦਰਸ਼ਨ ਕਰ ਰਹੇ ਨੇ। ਆਪਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਬਾਈ ਜੀ, ਕੀ ਲੱਗਦਾ ਹੈ ਕੋਈ ਸਰਕਾਰਾਂ ਤੇ ਅਸਰ ਪਊਗਾ? 4 ਘੰਟਾ ਸੰਕੇਤਕ ਧਰਨਾ ਹੈਗਾ, ਇਹ ਸਰਕਾਰ ਤੇ ਅਸਰ ਪਊਗਾ ਜੀ, ਪਾ ਕੇ ਹਟਾਂਗੇ ਸਰਕਾਰ ਤੇ। ਜਿੰਨਾ ਚਿਰ ਸਰਕਾਰ ਤੇ ਅਸਰ ਨਹੀਂ ਪੈਂਦਾ ਉਹਨਾਂ ਚਿਰ ਹਟਦੇ ਨਹੀਂਗੇ, ਇੱਥੇ ਰਹਾਂਗੇ। 4 ਘੰਟੇ ਦੇ ਇੱਥੇ ਰਹਾਂਗੇ, ਉਸ ਤੋਂ ਬਾਅਦ ਲੀਆਂ ਤੇ ਫੇਰ ਹੈ। ਇਹੀ ਸਿਲਸਿਲਾ ਚੱਲਣਾ ਜਿੰਨਾ ਚਿਰ ਸਰਕਾਰਾਂ ਸਾਡੇ ਆਰਡੀਨੈਂਸ ਜਿਹੜੇ ਜਾਰੀ ਕੀਤੀਆਂ ਵਾਪਸ ਨਹੀਂ ਕਰਦੀਆਂ ਉਹਨਾਂ ਚਿਰ ਸੰਘਰਸ਼ ਜਾਰੀ ਰਹੂ ਸਾਡਾ। ਕਿੰਨੀ ਕੁ ਜਗ੍ਹਾ ਦੇ ਉੱਪਰ ਜੇ ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਕਿੰਨੀ ਜਗ੍ਹਾ ਤੇ ਕਿਸਾਨ ਬੈਠੇ ਨੇ, ਕਿੰਨੇ ਏਰੀਆ? ਬਠਿੰਡੇ ਦੇ ਘੱਟੋ ਘੱਟ ਵੀ ਕੋਈ ਇਹੋ ਜਿਹਾ ਏਰੀਆ ਨਹੀਂ ਜਿੱਥੇ ਨਾ ਹੁਣ ਮੌੜ, ਮਾਨਸਾ, ਰਾਮਪੁਰਾ, ਭੁੱਚੋ ਤੇ ਜੀਦਾ, ਗਿੱਦੜਵਾ, ਮੁਕਤਸਰ ਸਭ ਕਾਰਸਪੇਰਾ ਗਿੱਦੜਵਾ ਬਠਿੰਡੇ ਜ਼ਿਲ੍ਹੇ ਦਾ ਸੀ। ਕੀ ਲੱਗਦਾ ਪੂਰੇ ਦੇਸ਼ 'ਚ ਕਿਸਾਨ ਸੜਕਾਂ ਤੇ ਬੈਠੇ ਨੇ ਕੋਈ ਫਰਕ ਪਊਗਾ? ਸਰਕਾਰਾਂ ਦੇ ਜੂ ਸਰਕੂਗੀ? ਪਊਗਾ ਜੀ, ਪਊਗਾ। ਅਸੀਂ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਰੱਖ ਲਿਆ, ਹੁਣ ਧੌਣ ਤੇ ਗੋਡਾ ਰੱਖ ਲਿਆ। ਮੋਦੀ ਸਰਕਾਰ ਝੁਕਣ ਦੇ ਤਿਆਰੀ 'ਚ ਹੈ। ਅਸੀਂ ਬਠਿੰਡੇ ਆਪਣੇ ਮਾਲਵੇ ਏਰੀਏ 'ਚ 50 ਥਾਵਾਂ ਤੇ ਸਾਡਾ ਚੱਕਾ ਜਾਮ ਹੈ ਜੀ।
ਹਣੀ ਕੀ ਲੱਗਦਾ ਹੈ ਜਿਵੇਂ ਕੇਂਦਰ ਕਹਿ ਰਹੇ ਕਿ ਰੇਲ ਗੱਡੀਆਂ ਤਾਂ ਨਹੀਂ ਚਲਾ ਰਹੇ, ਕਿਸਾਨ ਸਾਨੂੰ ਪਰੇਸ਼ਾਨ ਕਰ ਰਹੇ ਨੇ, ਹਾਲਾਂਕਿ ਕਿਸਾਨ ਸਾਈਡ ਤੇ ਬੈਠੇ ਨੇ, ਕੀ ਲੱਗਦਾ ਕੋਈ ਬਹਾਨਾਬਾਜ਼ੀ ਹੈ ਜਾਂ ਕੀ ਹੈ, ਜੇ ਅੱਗ ਦੇ ਸੰਕੇਤਕ ਧਰਨੇ ਦਾ ਕੀ ਅਸਰ ਪਊਗਾ? ਦੇਖੋ ਜੀ, ਜਿਹੜਾ ਅਸੀਂ ਮੋਦੀ ਸਰਕਾਰ ਨੂੰ ਕੋਈ ਵੀ ਬਹਾਨਾ ਨਹੀਂ ਲੈਣ ਦਿੰਦੇ ਕਿ ਜਿਹੜਾ ਕਹਿੰਦੀ ਆ ਕਿ ਕਿਸਾਨਾਂ ਦਾ ਕਰਕੇ ਅਸੀਂ ਟ੍ਰੇਨਾਂ ਨਹੀਂ ਚਲਾਉਂਦੇ। ਕੱਲ ਅਸੀਂ ਸਾਫ਼ ਕਿਹਾ ਕਿ 15 ਤਰੀਕ ਤੱਕ ਮਾਲ ਗੱਡੀਆਂ ਚੱਲਣਗੀਆਂ। ਅਸੀਂ ਜਿਹੜਾ ਪਲੇਟਫਾਰਮਾਂ ਤੋਂ ਧਰਨੇ ਚੱਕ ਕੇ 20 ਕਦਮ ਪਿੱਛੇ ਲੈ ਗਏ ਤਾਂ ਕਿ ਮੋਦੀ ਸਰਕਾਰ ਇਹ ਨਾ ਕਹਿ ਸਕੇ ਕਿ ਇਹਨਾਂ ਦੇ ਧਰਨਿਆਂ ਕਰਕੇ ਟ੍ਰੇਨਾਂ ਨਹੀਂ ਚਲਾਉਂਦੀ। ਅਸਲ 'ਚ ਗੱਲ ਕੀ ਹੈ ਕਿ ਪੰਜਾਬ ਨੂੰ ਸਬਕ ਸਿਖਾਉਣ ਦੀ ਖਾਤਰ ਮੋਦੀ ਸਰਕਾਰ ਪੰਜਾਬ ਦਾ ਬਦਲਾ ਲੈਣ ਦੀ ਖਾਤਰ ਇਹ ਜਿਹੜੀਆਂ ਟ੍ਰੇਨਾਂ ਬੰਦ ਕੀਤੀਆਂ, ਪੰਜਾਬ ਦੇ ਬੁਨਿਆਦੀ ਅਧਿਕਾਰਾਂ ਤੇ ਡਾਕਾ। ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਕਿ ਤੁਸੀਂ ਟ੍ਰੇਨਾਂ ਤਾਂ ਚਲਾ ਕੇ ਤਾਂ ਦੇਖੋ। ਅਸੀਂ ਤਾਂ 4 ਕਦਮ ਉਦੋਂ ਵੀ ਪਿੱਛੇ ਵਾਗੇ, ਜਾਣੀ ਕਿ ਟਰੈਕ ਤੋਂ ਛੱਡ ਕੇ ਸਟੇਸ਼ਨਾਂ ਦੀਆਂ ਬੈਕ ਸਾਈਡਾਂ ਤੇ ਜਿਹੜੀਆਂ ਪਾਰਕਾਂ ਉੱਥੇ ਵਾਗਿਆ। ਜਾਣੀ ਕਿ ਮੋਦੀ ਸਰਕਾਰ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਦੀ ਖਾਤਰ ਲੋਕਾਂ 'ਚ ਗਲਤ ਮੈਸੇਜ ਕਰ ਰਹੀ ਹੈ ਕਿ ਅਸੀਂ ਟ੍ਰੇਨਾਂ ਕਿਸਾਨਾਂ ਦੇ ਸੰਘਰਸ਼ ਕਰਕੇ ਨਹੀਂ। ਅੱਜ ਦੇ ਧਰਨੇ ਦੇ ਵਿੱਚ ਵੀ ਦੇਖੋ ਐਂਬੂਲੈਂਸ, ਬਰਾਤ ਵਾਲੀ ਗੱਡੀ, ਮਰਦ ਵਾਲੀ ਗੱਡੀ, ਸਾਰਿਆਂ ਨੂੰ ਸੋਟ ਆ। ਸਾਨੂੰ ਪਤਾ ਕਿ ਪੰਜਾਬ ਦੇ ਹਿੱਤਾਂ ਦੀ ਖਾਤਰ ਲੜਦੇ ਆ ਤੇ ਪੰਜਾਬ ਦੇ ਹਿੱਤਾਂ ਦੀ ਖਾਤਰ ਹੀ ਅਸੀਂ ਜਿਹੜੀਆਂ ਗੱਡੀਆਂ ਛੱਡਣ ਦਾ ਫੈਸਲਾ ਕੀਤਾ। 15 ਦਿਨ ਹੋਰ ਦਿੱਤੇ ਸਰਕਾਰ ਨੂੰ। ਬਿਲਕੁਲ ਤਸਵੀਰਾਂ ਤੁਹਾਨੂੰ ਤੁਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਆਖਿਰਕਾਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇੱਥੇ ਬੈਠੇ ਨੇ। ਹਾਲਾਂਕਿ ਸਿਰਫ 8-10 ਮਿੰਟ ਦਾ ਟਾਈਮ ਹੋਇਆ ਹੈ, 10 ਮਿੰਟਾਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਕਿਸਾਨ ਨੇ, ਮਹਿਲਾਵਾਂ ਤੁਸੀਂ ਵੇਖ ਸਕਦੇ ਹੋ, ਵੱਡੀ ਗਿਣਤੀ 'ਚ ਮਹਿਲਾਵਾਂ ਨੇ ਵੀ ਇੱਥੇ ਸ਼ਿਰਕਤ ਕੀਤੀ ਹੈ ਕਿਉਂਕਿ ਹਰ ਇੱਕ ਬੰਦੇ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਤਾਂ ਕਰਕੇ ਪਿੰਡਾਂ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ, ਕਿਸਾਨਾਂ ਦੀਆਂ ਮਹਿਲਾਵਾਂ ਨੇ ਤੇ ਹੋਰ ਵੀ ਜਿਹੜੇ ਲੋਕ ਨੇ, ਹੋਰ ਕੰਮ ਕਰਨ ਵਾਲੇ ਲੋਕ ਨੇ, ਉਹ ਵੀ ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ। ਤੁਸੀਂ ਦਿਖਾ ਸਕਦੇ ਕਿਸ ਤਰ੍ਹਾਂ ਜਿਹੜਾ ਇਹ ਐਂਟਰੀ ਪੁਆਇੰਟ ਆ ਬਠਿੰਡਾ ਦਾ। ਐਂਟਰੀ ਪੁਆਇੰਟ ਦੀ ਗੱਲ ਕੀਤੀ ਜਾਵੇ, ਇੱਥੋਂ 2 ਹਾਈਵੇ ਮੇਨ ਜੁੜਦੇ ਨੇ, ਇੱਕ ਮੁਕਤਸਰ ਤੋਂ ਆ ਰਿਹਾ ਗੰਗਾ ਨਗਰ ਤੋਂ, ਤੇ ਦੂਸਰੇ ਪਾਸੇ ਜਿਹੜਾ ਮੇਨ ਹਾਈਵੇ ਆ ਫਰੀਦਕੋਟ ਤੋਂ ਆ ਰਿਹਾ। ਭਾਈ ਕਨਈਆ ਚੌਂਕ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਆਖਿਰ ਟ੍ਰੈਫਿਕ ਜਦੋਂ ਬੰਦ ਹੁੰਦਾ ਤੇ ਲੋਕਾਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੋਕ ਤੁਰ ਕੇ ਆ ਰਹੇ ਨੇ। ਹਾਲਾਂਕਿ ਅੱਜ ਸੰਕੇਤਕ ਜਿਹੜਾ ਇਹਨਾਂ ਨੇ 4 ਘੰਟਿਆਂ ਦਾ ਕਿਹਾ ਸੀ ਕਿ 4 ਘੰਟਿਆਂ ਵਾਸਤੇ ਇਹ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਨੈਟਵਰਕ ਹੈ ਜਿਹੜਾ ਬੱਸਾਂ ਦਾ ਬੰਦ ਹੋ ਜਾਏਗਾ। ਹਾਲਾਂਕਿ ਪ੍ਰਾਈਵੇਟ ਬੱਸਾਂ ਨੇ ਪਹਿਲਾਂ ਹੀ ਇਸ ਨੂੰ ਬੰਦ ਕਰ ਦਿੱਤਾ ਸੀ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਥਰਮਲ ਦੇ ਬਾਹਰ ਆਪਾਂ ਕਹਿ ਸਕਦੇ ਹਾਂ ਕਿ ਤਿਕੋਨੀ ਦੇ ਉੱਪਰ ਭਾਈ ਕਨਈਆ ਚੌਂਕ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਹੋਏ ਨੇ ਔਰ ਮੰਗ ਇਹੀ ਹੈ ਖੇਤੀ ਆਰਡੀਨੈਂਸ ਬਿੱਲ ਹੈ ਜਿਹੜੇ ਉਹਨਾਂ ਨੂੰ ਰੱਦ ਕੀਤਾ ਜਾਵੇ, ਜਿਸ ਨੂੰ ਵੇਖਦਾ ਹੋਇਆ ਪੁਲਿਸ ਹੈ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਜਿਹੜੇ ਜਵਾਨ ਨੇ ਅਲੱਗ-ਅਲੱਗ ਜਗ੍ਹਾ ਤੈਨਾਤ ਕੀਤੇ ਗਏ ਨੇ। ਕੋਈ ਬਠਿੰਡਾ ਦੇ ਵਿੱਚ ਸਿਰਫ ਇੱਕ ਜਗ੍ਹਾ ਤੇ ਨਹੀਂ, ਬਠਿੰਡਾ ਦੇ ਵਿੱਚ ਦਰਜਨ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਨ੍ਹਾਂ ਜਗ੍ਹਾ ਦੇ ਉੱਪਰ ਕਿਸਾਨ ਬੈਠੇ ਹੋਏ ਨੇ। ਬਿਲਕੁਲ ਸੂਰਜ, ਤਾਂ ਪ੍ਰੋਟੈਸਟ ਚੱਲ ਰਿਹਾ ਇਸ ਵੇਲੇ ਕਿਸਾਨਾਂ ਦੇ ਵੱਲੋਂ, ਤਾਂ ਵੱਡਾ ਹੁੰਗਾਰਾ ਵੀ ਮਿਲ ਰਿਹਾ ਜਿਵੇਂ ਕਿ ਤਸਵੀਰਾਂ ਦੇਖ ਰਹੇ ਹੋ ਤੁਸੀਂ। ਤਸਵੀਰਾਂ ਲਗਾਤਾਰ ਦਿਖਾਉਂਦੇ ਰਹੋ, ਥੋੜੀ ਦੇਰ ਬਾਅਦ ਫੇਰ ਆਵਾਂਗੇ। ਸਿੱਧਾ ਚੱਲਦੇ ਹਾਂ, ਸਹਿਯੋਗੀ ਮੇਰੇ ਖਰੜ ਤੋਂ ਜੁੜ ਰਹੇ ਨੇ ਮਨੋਜ ਰਾਠੀ। ਮਨੋਜ, ਬਠਿੰਡਾ ਦੇ ਵਿੱਚ ਦੇਖਿਆ ਤਾਂ ਭਰਮਾ ਹੁੰਗਾਰਾ ਮਿਲ ਰਿਹਾ ਇਸ ਸੰਘਰਸ਼ ਨੂੰ, 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ, ਤਾਂ ਖਰੜ ਦੇ ਵਿੱਚ ਕੀ ਨਜ਼ਾਰਾ ਇਸ ਵੇਲੇ? ਦੇਖੋ ਪੁੱਲਰ, ਸਭ ਤੋਂ ਵੱਡੀ ਗੱਲ ਹੈ ਕਿ ਜੇ ਆਪਾਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ, ਖਰੜ ਜਿਹੜਾ ਨੈਸ਼ਨਲ ਹਾਈਵੇ ਜਾਂ ਫਿਰ ਆਪਾਂ ਜੀਰਕਪੁਰ ਲਾਲੜੂ ਉਹ ਪੂਰਾ ਬੰਦ ਕਰ ਦਿੱਤਾ ਗਿਆ ਹੈ। ਲੇਕਿਨ ਖਰੜ ਦੀ ਆਪਾਂ ਗੱਲ ਕਰੀਏ 4 ਕਿਲੋਮੀਟਰ ਪਹਿਲਾਂ ਹੀ ਇਹ ਪੁਲਿਸ ਨੇ ਜਿੱਥੋਂ ਇਹ ਸ਼ੁਰੂ ਹੁੰਦਾ ਉੱਥੇ ਹੀ ਬੈਰੀਕੇਡ ਜਿਹੜੇ ਹੈ ਉਹ ਲਾ ਦਿੱਤੇ ਗਏ ਨੇ। ਲੋਕੀ ਜਿਹੜੇ ਹੈ ਉਹ ਸਵੇਰ ਤੋਂ ਹੀ ਪਰੇਸ਼ਾਨ ਹੋ ਰਹੇ ਕਿਉਂਕਿ 12 ਵਜੇ ਦਾ ਟਾਈਮ ਸੀਗਾ, ਲੇਕਿਨ ਮਾਰਨਿੰਗ 'ਚ ਪੁਲਿਸ ਨੇ ਇਹ ਜਿਹੜਾ ਹੈਗਾ ਬੈਰੀਕੇਡ ਲਾ ਦਿੱਤੇ ਗਏ ਜਿਹਦੇ ਕਰਕੇ ਲੋਕਾਂ ਨੂੰ ਬੜੀ ਦਿੱਕਤਾਂ ਹੋ ਰਹੀ ਹੈ। ਹਾਲਾਂਕਿ ਅਲਟਰਨੇਟ ਡਾਇਵਰਟ ਕਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ ਟ੍ਰੈਫਿਕ ਵੱਲੋਂ, ਲੇਕਿਨ ਲੋਕਾਂ ਨੂੰ ਨਹੀਂ ਪਤਾ ਲੱਗ ਪਾ ਰਿਹਾ ਕਿ ਕਿੱਥੇ ਜਾਈਏ ਕਿਉਂਕਿ ਹੁਣ ਇਹਨਾਂ ਨੇ ਮੁੱਲਾਪੁਰ ਦਾ ਡਾਇਵਰਟ ਕੀਤਾ ਹੈ। ਲੇਕਿਨ ਆਪਾਂ ਗੱਲ ਕਰੀਏ ਖਰੜ, ਫਿਰੋਜ਼ਪੁਰ, ਰੋਪੜ, ਜਲੰਧਰ, ਬਲਾਚੌਰ, ਇਹ ਸਾਰਾ ਜਿਹੜਾ ਰੂਟ ਹੈ ਇੱਥੋਂ ਹੀ ਜਾਂਦਾ ਹੈ, ਜਿਹਨੂੰ ਲੈ ਕੇ ਹੁਣ ਪੁਲਿਸ ਡਾਇਵਰਟ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਲੋਕਾਂ ਨੂੰ ਬੜੀ ਪਰੇਸ਼ਾਨੀ ਜਿਹੜੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕਲ ਪਰਸਨ ਨੇ ਇੱਥੇ ਦੇ ਜਿਹੜੇ ਸੰਨੀ ਇਨਕਲੇਵ ਰਹਿੰਦੇ ਨੇ, ਖਰੜ ਰਹਿੰਦੇ ਨੇ, ਉਹਨਾਂ ਨੂੰ ਵੀ ਜਾਣ ਦੀ ਜਿਹੜੀ ਹੈ ਉਹ ਨਹੀਂ ਪਤਾ ਲੱਗ ਪਾ ਰਿਹਾ ਕਿ ਕਿੱਥੇ ਅਸੀਂ ਜਾਣਾ, ਕਿਸ ਸਾਈਡ ਹੈ ਕਿਉਂਕਿ ਇਹ ਪੂਰਾ ਇਹ ਜਿਹੜੇ ਜਿੱਥੇ ਬੈਰੀਕੇਡ ਲਾਏ ਗਏ ਨੇ ਇੱਥੋਂ ਹੀ ਸਟਾਰਟ ਹੁੰਦਾ ਹੈ ਪੂਰਾ ਖਰੜ ਏਰੀਆ, ਤੇ ਇਸ ਕਰਕੇ ਪੂਰਾ ਜਿਹੜਾ ਹੈ ਉਹ ਡਾਇਵਰਟ ਜ਼ਰੂਰ ਕੀਤਾ ਗਿਆ ਪੁਲਿਸ ਵੱਲੋਂ, ਪੂਰਾ ਡਾਇਵਰਟ ਕੀਤਾ ਗਿਆ ਕਿ ਬਈ ਤੁਸੀਂ ਵਾਇਆ ਮੁੱਲਾਪੁਰ ਹੁਣ ਹੋ ਕੇ ਤੁਸੀਂ ਜਾਓਗੇ। ਯਾਨੀ ਕਿ ਕਹਿਣ ਦਾ ਮੀਨਸ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਕਿਉਂਕਿ ਵਿੱਚ ਦਾ ਇਹਨਾਂ ਨੇ ਡਾਇਵਰਟ ਕੀਤਾ ਕਿ ਵੱਡ ਮਾਜਰਾ ਹੋਵੇ ਜਾਂ ਫਿਰ ਹੋਰ ਜਿਹੜੀ ਥਾਂ ਹੋਵੇ ਉੱਥੇ ਜਾ ਕੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਤੁਸੀਂ ਵੇਖ ਸਕਦੇ ਹੋ ਕਿਉਂਕਿ ਖਰੜ ਜੇ ਆਪਾਂ ਗੱਲ ਕਰੀਏ ਖਰੜ ਦੀ ਤਾਂ ਖਰੜ ਜਿਹੜਾ ਹੈਗਾ ਇੱਥੇ ਸਾਰਾ ਜਿਹੜਾ ਨੈਸ਼ਨਲ ਹਾਈਵੇ ਪੁਲ ਵੀ ਇੱਥੇ ਬਣ ਰਿਹਾ ਹੈ। ਇਸ ਤੋਂ ਪਹਿਲਾਂ ਹੀ 4-5 ਕਿਲੋਮੀਟਰ ਪਹਿਲਾਂ ਜਿੱਥੇ ਕਿਸਾਨ ਜਿਹੜੇ ਆਪਣੇ ਅੰਦੋਲਨ ਕਰਦੇ ਨਜ਼ਰ ਆ ਰਹੇ ਨੇ, ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ, ਉਸ ਤੋਂ 4-5 ਕਿਲੋਮੀਟਰ ਪਹਿਲਾਂ ਹੀ ਜਿਹੜਾ ਜਾਮ ਇੱਕ ਬੈਰੀਕੇਡ ਇੱਥੇ ਲਾ ਦਿੱਤੇ ਗਏ ਨੇ ਜਿਹਨੂੰ ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ। ਸਾਫ਼ ਤੌਰ ਤੇ ਕਿਹਾ ਗਿਆ ਕਿ ਵੀ ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਜਿਹੜੀ ਹੈ ਨਹੀਂ ਦਿੱਤੀ ਗਈ। ਹਾਲਾਂਕਿ ਐਂਬੂਲੈਂਸ ਦੀ ਆਪਾਂ ਗੱਲ ਕਰੀਏ ਜਾਂ ਫਿਰ ਸੈਨਾ ਦੀ ਗੱਲ ਕਰੀਏ, ਜਿਹੜੀ ਆਰਮੀ ਦੀ ਜਿਹੜੀ ਗੱਡੀ ਹੈ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ, ਲੇਕਿਨ ਲੋਕਾਂ ਨੂੰ, ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੰਦਰ ਇਸ ਸਾਈਡ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ। ਇੰਟਰ ਐਗਜ਼ਿਟ ਸਾਰੇ ਪੁਆਇੰਟਸ
ਇੱਥੇ ਬੰਦ ਕਰ ਦਿੱਤੇ ਗਏ ਨੇ। ਹਾਲਾਂਕਿ ਕਿਸੇ ਨੂੰ ਵੀ ਇੱਥੇ ਲੋਕਲ ਜਿਹੜੇ ਪਰਸਨ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਬਈ ਜਿਹੜੇ ਲੋਕਲ ਪਰਸਨ ਹੈ ਉਹਨਾਂ ਨੂੰ ਜਾਣ ਦਿੱਤਾ ਜਾਵੇ, ਲੇਕਿਨ ਲੋਕਲ ਜਿਹੜੇ ਇੱਥੇ ਸੰਨੀ ਇਨਕਲੇਵ ਦੇ ਜਾਂ ਖਰੜ ਦੇ ਰਹਿਣ ਵਾਲੇ ਹੈ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਖਾਲੀ ਡਾਇਵਰਟ ਜਿਹੜੀ ਹੈ ਉਹ ਕੀਤੀ ਗਈ ਹੈ। ਰੋਡ ਪੂਰਾ ਜਾਮ ਹੈ ਕਿਉਂਕਿ ਖਰੜ ਜਿਹੜਾ ਇੱਥੋਂ ਵਾਇਆ ਜਲੰਧਰ, ਰੋਪੜ, ਬਲਾਚੌਰ, ਨਵਾਂ ਸ਼ਹਿਰ, ਫਿਰੋਜ਼ਪੁਰ ਸਾਰਾ ਰੋਡ ਜਿਹੜਾ ਹੈਗਾ ਇੱਥੇ, ਹਾਲਾਂਕਿ ਪ੍ਰਾਈਵੇਟ ਜਿਹੜੀ ਗੱਡੀਆਂ ਹੈ, ਪ੍ਰਾਈਵੇਟ ਜਿਹੜੀ ਬੱਸਿਸ ਹੈ ਉਹਨਾਂ ਨੇ ਪਹਿਲਾਂ ਹੀ ਉਹ ਬੰਦ ਕਰ ਚੁੱਕੇ ਨੇ, ਲੇਕਿਨ ਹੁਣ ਜਾਮ ਦੀ ਸਿਚੁਏਸ਼ਨ ਜ਼ਰੂਰ ਹੈ। ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਜਿਹੜੀ ਹੈ ਪੁਲਰ ਇੱਥੇ ਨਹੀਂ ਦਿੱਤੀ ਜਾ ਰਹੀ, ਜਿਹਦੇ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਹੋ ਰਹੀ ਹੈ। ਹਾਲਾਂਕਿ ਡਾਇਵਰਟ ਕਰਨ ਦੀ ਗੱਲ ਜ਼ਰੂਰ ਕੀਤੀ ਹੈ, ਲੇਕਿਨ ਜਿਹੜੇ ਰੋਡਸ ਨੇ ਜਿਹੜੇ ਜਾਮ ਲੱਗਿਆ ਹੈ ਲੋਕਾਂ ਨੂੰ ਨਹੀਂ ਪਤਾ ਕਿ ਬਈ ਅਲਟਰਨੇਟ ਜਿਹੜਾ ਰੂਟ ਹੈ ਉਹ ਕਿੱਥੇ ਦਾ ਹੈ। ਸਭ ਤੋਂ ਵੱਡੀ ਗੱਲ ਹੈ ਤਾਂ ਇਸ ਕਰਕੇ ਹੁਣ ਪੁਲਿਸ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ, ਜਿਹਨੂੰ ਕਰਕੇ ਇੱਥੇ ਦਾ ਜਿਹੜਾ ਰੂਟ ਹੈ ਉਹ ਬੰਦ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਹੋਈ ਹੈ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਬਈ ਉੱਪਰੋਂ ਜਿਹੜੇ ਆਰਡਰ ਹੈ ਹੁਣ ਇੱਥੇ ਬੈਰੀਕੇਡ ਲਾ ਕੇ ਪੂਰਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ। ਕਿਸੇ ਨੂੰ ਵੀ ਜਾਣ ਦੀ ਅੱਗੇ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਹੜੇ ਕਿਸਾਨ ਹੈ ਉਹ ਇੱਥੇ ਬੈਠੇ ਹੋਏ ਨੇ, ਯਾਨੀ ਕਿ 4 ਤੋਂ 5 ਕਿਲੋਮੀਟਰ ਦਾ ਜਿਹੜਾ ਇਹ ਜਾਮ ਤੁਸੀਂ ਵੇਖ ਰਹੇ ਹੋ। ਇਸ ਤੋਂ ਪਹਿਲਾਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਹੈ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਹੁਣ ਜਾਮ ਦੀ ਜਿਹੜੀ ਸਿਚੁਏਸ਼ਨ ਜ਼ਰੂਰ ਗਈ ਹੈ, ਲੇਕਿਨ ਹੁਣ ਇੱਥੇ ਹੋਰ ਪੁਲਿਸ ਜਿਹੜੀ ਹੈ ਉਹ ਲਾਈ ਗਈ ਹੈ ਕਿ ਕਿਸੇ ਨੂੰ ਵੀ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। 4 ਵਜੇ ਦਾ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ ਹੈ, ਜਿਹਦੇ ਕਰਕੇ 4 ਵਜੇ ਤੋਂ ਪਹਿਲਾਂ ਇੱਥੇ ਹੋਰ ਅੰਦਰ ਜਿਹੜਾ ਹੈ ਇੱਥੇ ਖਰੜ ਐਂਟਰ ਨਹੀਂ ਹੋਏਗਾ। ਬੈਰੀਕੇਡ ਜਿਹੜੇ ਹੈ ਉਹ ਲਾ ਦਿੱਤੇ ਗਏ ਨੇ। ਬੁੱਲਰ ਦੇਖੋ ਮਨੋਜ, ਤਾਂ ਡਾਇਵਰਜਨ ਕਰ ਦਿੱਤੀ ਗਈ ਰੋਡ ਦੀ, ਖਰੜ ਇੱਕ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ। ਜਿਹੜੇ ਵੀ ਰੋਡਸ ਖਰੜ ਨੂੰ ਜਾਂਦੇ ਸੀ ਤਾਂ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖ ਕੇ ਉਹਨੂੰ ਪਹਿਲਾਂ ਹੀ ਉੱਥੋਂ ਜਿਹੜੀ ਟ੍ਰੈਫਿਕ ਆ ਉਹਨੂੰ ਡਾਇਵਰਟ ਕਰ ਦਿੱਤਾ। ਹਾਲਾਂਕਿ 3 ਤੋਂ 4 ਕਿਲੋਮੀਟਰ ਲੰਬਾ ਜਾਮ ਲੱਗਿਆ। ਲਗਾਤਾਰ ਤੁਸੀਂ ਬਣੇ ਰਹੋ, ਥੋੜੀ ਦੇਰ ਬਾਅਦ ਫਿਰ ਆਵਾਂਗੇ ਤੁਹਾਡੇ ਕੋਲ, ਦੱਸਾਂਗੇ ਕੀ ਨਜ਼ਾਰਾ ਖਰੜ ਦਾ ਇਸ ਵੇਲੇ। ਤਾਂ ਇਸ ਵੇਲੇ ਦੀ ਅਹਿਮ ਖਬਰ ਹੈ ਕਿ ਜਿਹੜਾ ਸੰਘਰਸ਼ ਦਾ ਜਿਹੜਾ ਰੋਸ ਰੂਪੀ ਸੰਘਰਸ਼ ਦਾ ਐਲਾਨ ਕੀਤਾ ਸੀ ਕਿਸਾਨਾਂ ਨੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਦੇਸ਼ ਵਿਆਪੀ ਚੱਕਾ ਜਾਮ ਆ, ਤਾਂ ਉਸ ਦਾ ਅਸਰ ਵੇਖਣਾ ਸ਼ੁਰੂ ਹੋ ਗਿਆ ਹੈ। ਤਾਂ ਰੋਡ ਬਲੌਕ ਹੋਣੇ ਸ਼ੁਰੂ ਹੋ ਗਏ ਨੇ, ਟ੍ਰੈਫਿਕ ਦੇ ਲੰਮੀਆਂ ਕਤਾਰਾਂ ਲੱਗਣੀ ਸ਼ੁਰੂ ਹੋ ਗਈਆਂ ਨੇ। ਖਰੜ ਦੇ ਵਿੱਚ ਤੁਹਾਨੂੰ ਦਿਖਾਇਆ ਕਿਸ ਤਰੀਕੇ ਦੇ ਨਾਲ ਰੋਡ ਡਾਇਵਰਟ ਕੀਤਾ ਗਿਆ। ਬਠਿੰਡਾ ਦੇ ਵਿੱਚ ਜ਼ੋਰਦਾਰ ਇਸ ਵੇਲੇ ਰੋਸ ਪ੍ਰਦਰਸ਼ਨ ਚੱਲ ਰਿਹਾ। ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਮੇਰੇ ਸਹਿਯੋਗੀ ਸੂਰਜ ਭਾਨ ਦਾ। ਸੂਰਜ, ਤਾਂ ਹਲੇ ਸ਼ੁਰੂਆਤ ਦੇ ਵਿੱਚ ਜਿਵੇਂ ਕਿ ਤਸਵੀਰਾਂ ਦੇਖ ਰਹੇ ਹਾਂ, ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ, ਨਾ ਕੇਵਲ ਕਿਸਾਨ ਬਲਕਿ ਮਹਿਲਾਵਾਂ ਵੀ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹੋਈਆਂ ਨੇ, ਤਾਂ ਰੋਡ ਦੇ ਉੱਪਰ ਆ ਕੇ ਬੈਠ ਗਈਆਂ ਨੇ। ਤਾਂ ਸ਼ਾਮ 4 ਵਜੇ ਤੱਕ ਤਾਂ ਕਿਸ ਤਰੀਕੇ ਦੀ ਰੂਪਰੇਖਾ ਰਹੇਗੀ ਇਸ ਪੂਰੇ ਸੰਘਰਸ਼ ਦੀ? ਬਿਲਕੁਲ ਪੁਲਰ, ਬੇਸ਼ੱਕ ਸ਼ੁਰੂਆਤ ਹੀ ਹੈ ਇਸ ਪ੍ਰਦਰਸ਼ਨ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਦਾ ਜਿਹੜਾ ਇਕੱਠ ਹੈ ਉਹ ਹੁਰਿੰਦ ਹੋਣਾ ਸ਼ੁਰੂ ਹੋ ਗਿਆ ਹੈਗਾ, ਕਿਉਂਕਿ ਰੋਡ ਹੈ ਜਿਹੜਾ ਪੂਰਾ ਬਲੌਕ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਆਪਦੇ ਤੌਰ ਤੇ ਰੂਟ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਗੱਲ ਕੀਤੀ ਜਾਵੇ ਕੋਈ ਵੀ ਇਸ ਤਰ੍ਹਾਂ ਦਾ ਰੋਡ ਨਹੀਂ ਹੈ ਜਿਹੜਾ ਕਿਸਾਨਾਂ ਦੇ ਸੰਘਰਸ਼ ਤੋਂ ਪਿੱਛੇ ਰਿਹਾ ਹੋਵੇ। ਔਰ ਹਰ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਲਿੰਕ ਰੋਡ ਨੇ, ਚਾਹੇ ਉਹ ਨੈਸ਼ਨਲ ਹਾਈਵੇ ਰੋਡ ਹੈ, ਸਾਰੇ ਦੇ ਸਾਰੇ ਰੋਡ ਬਲੌਕ ਕੀਤੇ ਹੋਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਜਿਹੜਾ ਪਿਛਲੇ 10 ਤੋਂ 15 ਦਿਨਾਂ ਦੇ ਵਿੱਚ 15 ਮਿੰਟਾਂ ਦੇ ਵਿੱਚ ਹੀ ਕਿਸਾਨਾਂ ਦੀ ਐਡੀ ਵੱਡੀ ਗਿਣਤੀ ਹੋ ਜਾਣੀ, ਕਿਉਂਕਿ 4 ਘੰਟਿਆਂ ਦਾ ਸੰਕੇਤਕ ਪ੍ਰਦਰਸ਼ਨ ਇੱਥੇ ਕਿਹਾ ਗਿਆ ਹੈ, ਕਿਉਂਕਿ ਸਰਕਾਰ ਨੂੰ ਇੱਕ ਚੇਤਾਵਨੀ ਦੇਣ ਦੀ ਕੋਸ਼ਿਸ਼ ਹੈ। ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਦਾ ਇਕੱਠ ਹੈ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈਗਾ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਰ ਵੀ ਹੋਣ ਦੀ ਉਮੀਦ ਤਾਈ ਜਾ ਰਹੀ ਹੈ, ਕਿਉਂਕਿ ਕਿਸਾਨ ਕਹਿ ਰਹੇ ਨੇ ਕਾਫੀ ਦਿਨਾਂ ਤੋਂ ਇਹ ਤਿਆਰੀਆਂ ਦੇ ਵਿੱਚ ਲੱਗੇ ਹੋਈ ਸੀ। ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਆਖਿਰਕਾਰ ਕਿਸਾਨੀ ਦੇ ਲਈ ਉਹਨਾਂ ਦੇ ਸੰਘਰਸ਼ ਦੇ ਨਾਲ ਜਾ ਕੇ ਬੈਠਣ। ਹੁਣ ਵੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਸਿਰਫ 15 ਤੋਂ 20 ਮਿੰਟਾਂ ਦੇ ਵਿੱਚ ਐਡਾ ਵੱਡਾ ਇਕੱਠ, ਹਾਲਾਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਜ਼ਾਹਿਰ ਤੌਰ ਤੇ ਮੁਸ਼ਕਲ ਜ਼ਰੂਰ ਹੋਣੀ ਹੈ, ਪਰ ਪੁਲਿਸ ਨੇ ਰੂਟ ਹੈ ਜਿਹੜੇ ਕਾਫੀ ਡਾਇਵਰਟ ਕੀਤੇ ਹੋਏ ਨੇ। ਪਰ ਫਿਰ ਵੀ ਖਾਸ ਤੌਰ ਤੇ ਐਮਰਜੈਂਸੀ ਸੇਵਾਵਾਂ ਨੇ, ਚਾਹੇ ਐਂਬੂਲੈਂਸ ਹੋਵੇ ਚਾਹੇ ਜਾਂ ਜ਼ਰੂਰੀ ਕੰਮਕਾਜ ਵਾਲੇ, ਉਹਨਾਂ ਨੂੰ ਥੋੜੀ ਜਿਹੀ ਰਿਆਇਤ ਜ਼ਰੂਰ ਦਿੱਤੀ ਗਈ ਹੈ। ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਦਰਸ਼ਨ ਤੇ ਇਕੱਠੀਆਂ ਹੋਈਆਂ ਨੇ, ਕਿਉਂਕਿ ਬਠਿੰਡਾ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਜੇ ਗੱਲ ਕੀਤੀ ਜਾਵੇ ਤਾਂ ਅੱਜ 1 ਮਹੀਨਾ ਤੇ 11 ਕੇ 12 ਦਿਨ ਹੋ ਗਏ ਪ੍ਰਦਰਸ਼ਨ ਤੇ ਬੈਠਿਆਂ ਨੂੰ, ਪਰ ਕਿਸਾਨ ਆਪਦੀਆਂ ਮੰਗਾਂ ਤੋਂ ਲੈ ਕੇ ਸੜਕ ਦੇ ਉੱਪਰ ਬੈਠੇ ਹੋਏ ਨੇ। ਕਿਉਂਕਿ ਪਹਿਲਾਂ ਰੇਲਵੇ ਟਰੈਕ ਜਾਮ ਕੀਤੇ ਸੀ, ਰੇਲਵੇ ਟਰੈਕਾਂ ਤੋਂ ਬਾਅਦ ਹਾਲਾਂਕਿ ਰੇਲਵੇ ਟਰੈਕ ਤੋਂ ਥੋੜੀ ਜਿਹੀ ਰਾਹਤ ਕਿਸਾਨਾਂ ਨੇ ਜ਼ਰੂਰ ਦਿੱਤੀ ਸੀ, ਕਿਉਂਕਿ ਮਾਲ ਗੱਡੀਆਂ ਦੀ ਢੋਆ ਢੁਆਈ ਨੂੰ ਲੈ ਕੇ ਸਰਕਾਰ ਨੂੰ ਰਾਹਤ ਦਿੱਤੀ ਸੀ। ਪਰ ਫਿਰ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਾਫੀ ਵੱਡੀ ਗਿਣਤੀ 'ਚ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਨੇ ਨਜ਼ਾਰਾ ਆਪ ਮੁਹਾਰੇ ਬਿਆਨ ਕਰ ਰਿਹਾ ਕਿਸ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਹੈ ਕਿਸਾਨਾਂ ਦਾ ਦੇਖਣ ਨੂੰ ਮਿਲ ਰਿਹਾ। ਫਿਲਹਾਲ ਦੇ ਲਈ ਸੂਰਜ ਭਾਨ ਬਠਿੰਡਾ ਤੋਂ ਤੇ ਮਨੋਜ ਰਾਠੀ ਖਰੜ ਤੋਂ ਬਹੁਤ ਧੰਨਵਾਦ ਸਾਡੇ ਨਾਲ ਤਸਵੀਰਾਂ ਸਾਂਝੇ ਕਰਨ ਲਈ। ਤਾਂ ਇੱਥੇ ਵੇੜਾ ਹੋ ਚੱਲਿਆ ਕਿ ਛੋਟੇ ਜਿਹੇ ਬ੍ਰੇਕ ਦਾ, ਪਰ ਮਹਾਂ ਕਵਰੇਜ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ। ਕੀ ਹਾਲਾਤ ਨੇ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ 18।